ਲੜੀਵਾਰ ਕਥਾ ਰਾਗ ਗੌਂਡ ਵਿੱਚ ਆਪ ਜੀ ਸਰਵਣ ਕਰ ਰਹੇ ਹੋ। ਭਗਤ ਬਾਣੀ ਪ੍ਰਾਰੰਭ ਹੋ ਰਹੀ ਹੈ ਰਾਗ ਗੌਂਡ ਵਿੱਚ। ਕਬੀਰ ਜੀ ਮਹਾਰਾਜ ਜੀ ਦੇ ਪਾਵਨ ਬਚਨ ਨੇ 870 ਅੰਗ ਦੇ ਉੱਤੇ ਗੁਰੂ ਸਾਹਿਬ ਦੀ ਦਇਆ ਮਾਇਆ ਨਾਲ ਕਥਾ ਪਹੁੰਚੀ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੋਂਡ ਬਾਣੀ ਭਗਤਾਂ ਕੇ ਕਬੀਰ ਜੀ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਗੌਂਡ ਹੈ। ਬਾਣੀ ਮਹਾਰਾਜ ਭਗਤ ਕਬੀਰ ਜੀ ਕੀ ਹੈ। ਭਗਤਾਂ ਦੀ ਬਾਣੀ ਪ੍ਰਾਰੰਭ ਹੋ ਰਹੀ ਹੈ। ਪ੍ਰਥਮ ਕਬੀਰ ਜੀ ਦੇ ਸ਼ਬਦ ਪ੍ਰਾਰੰਭ ਹੋ ਰਹੇ ਨੇ। ਕਬੀਰ ਜੀ ਦੇ ਪਾਵਨ ਸ਼ਬਦ ਪਹਿਲੇ ਘਰ ਸੁਰਤਾਲ ਵਿੱਚ ਗਾਇਨ ਕਰਨੇ ਨੇ ਹੁਕਮ ਹੋ ਰਿਹਾ ਹੈ। ਕਬੀਰ ਜੀ ਦੀ ਬਾਣੀ ਆਰੰਭ ਹੋ ਰਹੀ ਹੈ, ਇਸ ਕਰਕੇ ਮੰਗਲਾਚਰਨ ਕਰਦੇ ਹਨ ਕਿ ਅਕਾਲ ਪੁਰਖ ਇੱਕ ਹੈ ਓੰਕਾਰ, ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਤਿਸ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾਚਰਨ ਕਰਕੇ ਮਹਾਰਾਜ ਜੀ ਸ਼ਬਦ ਦੀ ਅਰੰਭਤਾ ਕਰਦੇ ਹਨ। ਸੰਤ ਮਿਲੈ ਕਿਛ ਸੁਣਿਐ ਕਹੀਐ। ਆਹ ਕਹਿੰਦੇ ਕੋਈ ਸੰਤ ਮਿਲੇ, ਕੋਈ ਰੱਬ ਦਾ ਪਿਆਰਾ ਮਿਲੇ, ਸਾਧੂ ਮਿਲੇ ਤੇ ਉਹਨੂੰ ਮਿਲ ਕੇ ਕੁਝ ਉਹਦੇ ਕੋਲੋਂ ਸੁਣੀਏ ਤੇ ਪਰਮੇਸ਼ਰ ਦੇ ਨਿਰੰਕਾਰ ਦੀਆਂ ਬਾਤਾਂ ਕਹੀਏ। ਇੱਕ ਮਹਾਤਮਾ ਨੂੰ ਮਿਲ ਕੇ ਕੀ ਕਰਨਾ ਚਾਹੀਦਾ ਉਹ ਕਬੀਰ ਜੀ ਦੱਸ ਰਹੇ ਨੇ। ਕਹਿੰਦੇ ਉਹਨੂੰ ਮਿਲ ਕੇ ਉਹਨਾਂ ਦੇ ਬਚਨ ਸੁਣੀਏ, ਉਹ ਜੋ ਬੋਲਦੇ ਹਨ ਗਹੁ ਨਾਲ ਧਿਆਨ ਨਾਲ ਸੁਣੀਏ ਕੀ ਕਹਿੰਦੇ ਹਨ, ਕਿਉਂਕਿ ਉਹਨਾਂ ਦੇ ਬਚਨਾਂ ਵਿੱਚ ਨਿਰੰਕਾਰ ਦੀ ਰਚਨਾ ਹੈ। ਉਹਨਾਂ ਦੇ ਬਚਨਾਂ 'ਚ ਪ੍ਰਮਾਤਮਾ ਦੀਆਂ ਸਿਫਤਾਂ ਤੇ ਵਡਿਆਈਆਂ ਹਨ, ਉਹ ਸੁਣੀਏ। ਤੇ ਆਪ ਵੀ ਜੋ ਕਹੀਏ ਦੁਨਿਆਵੀ ਗੱਲਾਂ ਨਹੀਂ, ਆਪ ਵੀ ਜੋ ਕਹੀਏ ਤੇ ਨਿਰੰਕਾਰ ਪ੍ਰਮਾਤਮਾ ਦੇ ਘਰ ਦੀਆਂ ਬਾਤਾਂ ਕਹੀਏ, ਪਰਮੇਸ਼ਰ ਸੰਬੰਧੀ ਕੀਰਤੀ ਕਹੀਏ। ਦੋ ਪ੍ਰਕਿਰਿਆਵਾਂ ਦੱਸੀਆਂ ਨੇ ਨਾ, ਸੁਣਨਾ ਤੇ ਕਹਿਣਾ। ਸੁਣਨੇ ਨੇ ਉਹਨਾਂ ਦੇ ਬੋਲ, ਕਹਿਣੇ ਹਨ ਉਹ ਬੋਲ ਜਿਨ੍ਹਾਂ ਵਿੱਚ ਪਰਮੇਸ਼ਰ ਦੀ ਵਡਿਆਈ, ਅਕਾਲ ਪੁਰਖ ਦੀ ਸਿਫਤ, ਗੁਰੂ ਘਰ ਦੀ ਸਿਫਤ। ਅਸੀਂ ਕਿਸੇ ਮਹਾਤਮਾ ਕੋਲ ਜਾਈਏ ਨਾ ਉਹਨਾਂ ਦੇ ਬਚਨ ਸੁਣਦੇ ਹਾਂ, ਨਾ ਅਸੀਂ ਉਹ ਬੋਲ ਬੋਲਦੇ ਹਾਂ ਜਿਨ੍ਹਾਂ ਵਿੱਚ ਪ੍ਰਭੂ ਦੀ ਰਚਨਾ ਹੋਵੇ। ਅਸੀਂ ਬੋਲਦੇ ਹਾਂ ਉਹ ਬੋਲ ਉਹਨਾਂ ਸਾਧੂਆਂ ਕੋਲ ਜਾ ਕੇ ਜਿਨ੍ਹਾਂ ਬੋਲਾਂ ਵਿੱਚ ਕੇਵਲ ਸਾਡੇ ਸੰਸਾਰੀ ਧੰਦੇ ਮਿਲੇ ਹੁੰਦੇ ਨੇ। ਉਹਨਾਂ ਸੰਸਾਰੀ ਧੰਦਿਆਂ ਨੂੰ ਹੀ ਪਿੱਟਦੇ ਹਾਂ ਜੀ, ਸਾਡਾ ਕੰਮ ਨਹੀਂ ਹੁੰਦਾ, ਸਾਡਾ ਕਾਰਜ ਨਹੀਂ ਸਬਰਦਾ, ਸਾਡੀ ਆਹ ਸਮੱਸਿਆ ਹੈ ਜੀ, ਸਾਡੀ ਆਹ ਸਮੱਸਿਆ ਹੈ। ਉਹਨਾਂ ਪਾਸ ਜਾ ਕੇ ਕੋਈ ਅਸੀਂ ਪਰਮਾਰਥ ਦੀ ਗੱਲ ਨਹੀਂ ਕਰਦੇ। ਸੰਸਾਰ ਦੇ ਕਾਰ ਵਿਹਾਰ ਸਾਨੂੰ ਚੇਤੇ ਨੇ, ਉਹੀ ਧੰਦੇ ਉਹਨਾਂ ਦੇ ਪਾਸ ਜਾ ਕੇ ਪਿੱਟਦੇ ਹਾਂ। ਹਾਲਾਂਕਿ ਇੱਕ ਮਹਾਤਮਾ ਕੋਲ ਜਾ ਕੇ ਕੇਵਲ ਨਿਰੰਕਾਰ ਦੇ ਘਰ ਦੀ ਗੱਲ ਹੋਵੇ, ਉਹਨਾਂ ਦੀ ਰਸਨਾ ਤੋਂ ਕੇਵਲ ਅੰਮ੍ਰਿਤ ਬੋਲ ਸੁਣਨ ਦਾ ਭਾਵ ਹੋਵੇ। ਕਹਿੰਦੇ ਸੰਤ ਜਨਾਂ ਨੂੰ ਮਿਲੀਏ ਤਾਂ ਮਿਲ ਕੇ ਉਹਨਾਂ ਦੇ ਬੋਲ ਸੁਣੀਏ, ਪਰਮੇਸ਼ਰ ਦੀ ਸਿਫਤ ਦੇ ਬੋਲ ਕਹੀਏ। ਮਿਲੈ ਅਸੰਤ ਮਸਤ ਕਰ ਰਹਿਆ। ਕੋਈ ਅਸੰਤ ਮਿਲੇ, ਅਸੰਤ ਦਾ ਮਤਲਬ ਜਿਹਦਾ ਮਨ ਸ਼ਾਂਤ ਨਾ ਹੋਵੇ। ਸੰਤ ਕਹਿੰਦੇ ਜਿਹਦਾ ਮਨ ਸ਼ਾਂਤ ਹੈ ਉਹਨੂੰ ਸੰਤ ਕਹਿੰਦੇ ਆ। ਜਿਹਦਾ ਮਨ ਸ਼ਾਂਤ ਨਾ ਹੋਵੇ ਉਹਨੂੰ ਅਸੰਤ, ਯਾਨੀ ਕਿ ਕ੍ਰੋਧੀ ਬੰਦੇ ਦਾ ਮਨ ਸ਼ਾਂਤ ਨਹੀਂ ਹੁੰਦਾ, ਵਿਕਾਰੀ ਬੰਦੇ ਦਾ ਮਨ ਸ਼ਾਂਤ ਨਹੀਂ ਹੁੰਦਾ। ਕਹਿੰਦੇ ਜੇ ਕੋਈ ਤੁਹਾਨੂੰ ਕ੍ਰੋਧੀ ਮਿਲ ਜਾਏ, ਜੇ ਕੋਈ ਤੁਹਾਨੂੰ ਵਿਕਾਰੀ ਮਿਲ ਜੇ ਅਸੰਤ, ਤਾਂ ਉਹਨੂੰ ਮਿਲ ਕੇ ਚੁੱਪ ਰਹਿਣਾ ਹੀ ਚੰਗਾ ਹੈ। ਮਿਲੇ ਅਸੰਤ ਮਸਤ ਕਰ ਰਹੀ ਹੈ। ਮਸਤ ਦਾ ਮਤਲਬ ਚੁੱਪ ਰਹਿਣਾ, ਕਿਉਂਕਿ ਜਦੋਂ ਉਹਨਾਂ ਨਾਲ ਬੋਲਾਂਗੇ ਆਪਣਾ ਵੀ ਮਨ ਅਸ਼ਾਂਤ ਹੋਵੇਗਾ। ਅਸੰਤ ਨਾਲ ਬੋਲਿਆ ਮਨ ਅਸ਼ਾਂਤ ਹੋਵੇਗਾ। ਕਿਸੇ ਕ੍ਰੋਧੀ ਨਾਲ ਤੁਸੀਂ ਬੋਲੋਗੇ
ਉਹ ਵੀ ਗੁੱਸੇ ਵਿੱਚ ਆ ਕੇ ਬੋਲੇਗਾ, ਤੁਸੀਂ ਵੀ ਆਹਤ ਹੋ ਕੇ ਬੋਲੋਗੇ, ਮਨ ਅਸ਼ਾਂਤ ਹੋਵੇਗਾ। ਕਿਸੇ ਅਸੰਤ ਨਾਲ, ਕਿਸੇ ਵਿਕਾਰੀ ਬੰਦੇ ਨਾਲ ਕੋਈ ਗੱਲਬਾਤ ਕਰੋਗੇ, ਉਹ ਨਹੀਂ ਮੰਨੇਗਾ, ਤੁਹਾਡਾ ਮਨ ਅਸ਼ਾਂਤ ਹੋਵੇਗਾ। ਇਸ ਕਰਕੇ ਮਹਾਰਾਜ ਕਬੀਰ ਜੀ ਬੜੀ ਸੁੰਦਰ ਜੁਗਤ ਦੱਸਦੇ ਨੇ ਕਿ ਜੇ ਕੋਈ ਤੁਹਾਨੂੰ ਅਸੰਤ ਮਿਲੇ, ਪਾਪੀ ਮਿਲੇ, ਵਿਕਾਰੀ ਮਿਲੇ, ਮਨਮੁਖ ਮਿਲੇ, ਸਾਖਤ ਮਿਲੇ, ਉਹਨੂੰ ਮਿਲ ਕੇ ਚੁੱਪ ਕਰ ਰਹੋ। ਉਹਦੇ ਨਾਲ ਬੋਲ ਕੇ ਸਮਾਂ ਅਜਾਈ ਕਰਨ ਦੀ ਬਜਾਏ ਸੁਰਤ ਵਿੱਚ ਨਿਰੰਕਾਰ ਦਾ ਕੁਝ ਸਮਾਂ ਚਿੰਤਨ ਕਰ ਲਓ। ਜੇ ਮੰਨ ਲਓ ਕਿਸੇ ਅਸੰਤ ਕੋਲ ਜਾ ਕੇ ਬੈਠਣਾ ਵੀ ਪਵੇ ਤਾਂ ਉਹਦੇ ਨਾਲ ਬੋਲ ਕੇ ਆਪਣਾ ਸਮਾਂ ਖਰਾਬ ਕਰਨ ਦੀ ਬਜਾਏ ਸੁਰਤ ਵਿੱਚ ਨਿਰੰਕਾਰ ਦਾ ਭਜਨ ਕਰ ਲਵੋ, ਸਮਾਂ ਸਫਲ ਹੋ ਜਾਏਗਾ। ਅਸੰਤ ਨਾਲ ਮਿਲ ਕੇ ਮਸਤ ਹੋ ਕੇ ਰਹਿਣਾ ਹੀ ਭਲਾ ਹੈ। ਬਾਬਾ ਬੋਲਣਾ ਕਿਆ ਕਹੀਐ। ਇਹ ਬਾਬਾ ਇਹੋ ਜਿਹੇ ਕਿਹੜੇ ਬੋਲ ਬੋਲਣੇ ਚਾਹੀਏ, ਇਹੋ ਜਿਹੇ ਕਿਹੜੇ ਬੋਲ ਬੋਲੀਏ, ਇਹੋ ਜਿਹੀ ਕਿਹੜੀ ਗੱਲ ਕਰੀਏ, ਇਹੋ ਜਿਹੀਆਂ ਕਿਹੜੀਆਂ ਬਾਤਾਂ ਕਰੀਏ। ਜੈਸੇ ਰਾਮ ਨਾਮ ਰਵ ਰਹੀਐ। ਕਿ ਜਿਨ੍ਹਾਂ ਬੋਲਾਂ ਨੂੰ ਬੋਲਦਿਆਂ ਹੋਇਆਂ ਪਰਮੇਸ਼ਰ ਦੇ ਨਾਮ ਦੇ ਵਿੱਚ ਸਾਡੀ ਸੁਰਤ ਰਮ ਜਾਵੇ। ਜੈਸੇ ਰਾਮ ਨਾਮ ਰਵ ਰਹੀਐ। ਇਹੋ ਜਿਹੇ ਕਿਹੜੇ ਬੋਲ ਬੋਲੀਏ ਬਾਬਾ, ਜਿਨ੍ਹਾਂ ਬੋਲਾਂ ਨੂੰ ਬੋਲਦਿਆਂ ਹੋਇਆਂ ਰਾਮ ਦੇ ਨਾਮ ਵਿੱਚ ਰਮ ਜਾਈਏ, ਪਰਮੇਸ਼ਰ ਦੇ ਨਾਮ ਦੇ ਵਿੱਚ ਸਾਡੀ ਸੁਰਤ ਜੁੜ ਜਾਵੇ। ਰਹਾਉ ਸੰਤਨ ਸਿਉ ਬੋਲੇ ਉਪਕਾਰੇ। ਕਹਿੰਦੇ ਭਾਈ ਕਿਸੇ ਸਾਧੂ ਨੂੰ, ਕਿਸੇ ਸੰਤ ਨੂੰ ਮਿਲ ਕੇ ਬੋਲੋਗੇ ਤੇ ਸੰਤ ਜਨ ਜਦੋਂ ਅੱਗੋਂ ਬੋਲਦੇ ਨੇ ਤੇ ਉਹ ਪਰਉਪਕਾਰ ਲਈ ਬੋਲਦੇ ਨੇ। ਭਾਵੇਂ ਪੁੱਛਦਾ ਕੋਈ ਇੱਕੋ ਹੀ ਆ ਮਹਾਂਪੁਰਸ਼ ਸਾਧੂ ਕੋਲੋਂ, ਪਰ ਜਦੋਂ ਉਹ ਬੋਲਦੇ ਨੇ ਤੇ ਬਹੁਤਿਆਂ ਤੇ ਪਰਉਪਕਾਰ ਹੁੰਦਾ ਹੈ। ਪੁੱਛਣਾ ਤਾਂ ਇੱਕੋ ਹੀ ਨਾ, ਇੱਕ ਨਹੀਂ ਗੱਲ ਕਰਨੀ ਆ ਨਾ। ਇੱਕ ਬੋਲਦਾ, ਜਦੋਂ ਮਹਾਤਮਾ ਬੋਲਦੇ ਨੇ ਫਿਰ ਉਹਦੇ ਸਵਾਲ ਦਾ ਜਵਾਬ ਦੇਣ ਲਈ ਤਾਂ ਉਸ ਮਹਾਂਪੁਰਸ਼ ਵੱਲੋਂ ਦਿੱਤਾ ਹੋਇਆ ਜਵਾਬ ਬਹੁਤਿਆਂ ਤੇ ਉੱਤੇ ਉਪਕਾਰ ਕਰਦਾ, ਬਹੁਤਿਆਂ ਨੂੰ ਕਿਰਤਾਰਥ ਕਰਦਾ ਹੈ। ਮੂਰਖ ਸਿਉ ਬੋਲੇ ਝੱਖ ਮਾਰੇ। ਤੇ ਮੂਰਖ ਨਾਲ ਬੋਲਣਾ ਝੱਖ ਮਾਰਨ ਦੇ ਤੁੱਲ ਹੈ, ਯਾਨੀ ਕਿ ਅਜਾਈ ਬੋਲਨੇ। ਕਿਸੇ ਮੂਰਖ ਨਾਲ ਬੋਲੋਗੇ ਤਾਂ ਮੂਰਖ ਨੇ ਅੱਗੋਂ ਦੁੱਖ ਹੀ ਦੇਣਾ। ਮੂਰਖ ਨੂੰ ਤਾਂ ਗਿਆਨ ਦਿੱਤਾ ਵੀ ਚੰਗਾ ਨਹੀਂ ਹੁੰਦਾ। ਆ ਇਹਨਾਂ ਦਿਨਾਂ ਦਾ ਮੌਸਮ ਸੀ, ਬਰਸਾਤਾਂ ਪੈਂਦੀਆਂ ਸਨ। ਬਾਂਦਰ ਇੱਕ ਦਰਖਤ ਦੀ ਟਹਿਣੀ ਤੇ ਬੈਠਾ ਭਿੱਜਿਆ, ਮੀਂਹ ਪੈਂਦਾ ਤੇ ਭਿੱਜ ਰਿਹਾ। ਛੋਟਾ ਜਿਹਾ ਇੱਕ ਬਿਜੜਾ ਸੀ, ਪੰਛੀ, ਉਹਨੇ ਆਪਣਾ ਆਲਣਾ ਬਣਾਇਆ ਬੜਾ ਸੋਹਣਾ। ਉਹਦੇ ਵਿੱਚ ਬੈਠਾ ਮੀਂਹ ਤੋਂ ਬਚ ਕੇ। ਬਾਂਦਰ ਨੂੰ ਵੇਖ ਕੇ ਉਹਦੇ ਮਨ 'ਚ ਦਇਆ ਆਈ, ਤਰਸ ਆਇਆ ਤੇ ਉਹਨੂੰ ਗਿਆਨ ਦੇਣ ਲੱਗਾ। ਉਹ ਬਿਜੜਾ ਕਹਿਣ ਲੱਗਾ ਵੀ ਤੇਰੇ ਹੱਥ ਪੈਰ ਬੰਦਿਆਂ ਵਰਗੇ ਨੇ, ਮਨੁੱਖਾਂ ਵਰਗੇ ਹੱਥ ਪੈਰ ਨੇ ਤੇਰੇ। ਆ ਵੇਖ ਮੇਰੀ ਨਿੱਕੀ ਜੀ ਚੁੰਝ ਹੈ ਤੇ ਮੈਂ ਆਪਣੇ ਲਈ ਸੁੰਦਰ ਆਲਣਾ ਬਣਾਇਆ, ਘਟੋ ਘਟ ਮੀਂਹ ਤੋਂ ਬਚ ਕੇ ਬੈਠਾ। ਤੈਂ ਬੰਦਿਆਂ ਵਰਗੇ ਹੱਥ ਪੈਰ ਲੈ ਕੇ ਵੀ ਮੀਂਹ 'ਚ ਭਿੱਜੀ ਜਾਣਾ, ਤੂੰ ਆਪਣੇ ਰਹਿਣ ਵਾਸਤੇ ਕੋਈ ਛੋਟਾ ਜਿਹਾ ਝੁੱਗੀ ਕਿਉਂ ਨਹੀਂ ਬਣਾ ਲੈਂਦਾ ਜਿੱਥੇ ਮੀਂਹ ਤੋਂ ਬਚ ਸਕੇ। ਬਿਜੜੇ ਦੀ ਇਹ ਗੱਲ ਸੁਣ ਕੇ ਬਾਂਦਰ ਬੜਾ ਗੁੱਸੇ 'ਚ ਆਇਆ। ਗੁੱਸੇ 'ਚ ਆ ਕੇ ਉਸ ਬਿਜੜੇ ਨੂੰ ਕਹਿੰਦਾ, ਮੈਂ ਆ ਪੰਡਤ, ਮੈਂ ਆ ਵਿਦਵਾਨ, ਤੂੰ ਨਿੱਕੇ ਜਿਹੇ ਮੂੰਹ ਵਾਲੀ, ਨਿੱਕੀ ਜੀ ਤੇਰੀ ਚੁੰਝ ਵਿੱਚ 2 ਦਾਣੇ ਨਹੀਂ ਤੇਰੇ ਕੋਲੋਂ ਭਰ ਹੁੰਦੇ ਤੇ ਤੂੰ ਆਪਣੇ ਨਿੱਕੇ ਜਿਹੇ ਮੂੰਹ ਨਾਲ ਮੇਰੇ ਵਰਗੇ ਵਿਦਵਾਨ ਪੰਡਤ ਨੂੰ ਗਿਆਨ ਦੇਣੀ ਆ। ਠਹਿਰ ਜਾ, ਮੈਂ ਆਪਣਾ ਘਰ ਤਾਂ ਨਹੀਂ ਬਣਾ ਸਕਦਾ, ਪਰ ਤੇਰਾ ਘਰ ਜ਼ਰੂਰ ਢਾ ਸਕਦਾ। ਉਸੇ ਵੇਲੇ ਬਿਜੜੇ ਦਾ ਆਲਣਾ ਜਿਹਾ ਫੜਿਆ, ਬਾਂਦਰ ਨੇ ਤੋੜ ਕੇ ਵਗਾ ਕੇ ਪਰੇ ਮਾਰਿਆ ਤੇ ਬਿਜੜਾ ਵੀ ਭਿੱਜਦਾ ਫਿਰੇ ਪਾਣੀ 'ਚ। ਕਹਿੰਦਾ ਚੰਗੀ ਗੱਲ ਹੋਈ, ਇਹਨੂੰ ਭਲੇ ਦਾ ਉਪਦੇਸ਼ ਦਿੱਤਾ, ਇਹਨੇ ਉਲਟਾ ਮੇਰਾ ਘਰ ਹੀ ਤੋੜ ਦਿੱਤਾ। ਇਹ ਕਹਾਣੀ ਸੁਣਾਈ ਜਾਂਦੀ ਆ ਸ਼ਾਸਤਰਾਂ 'ਚ, ਧਰਮ ਗ੍ਰੰਥਾਂ 'ਚ।
ਪਰ ਸੰਕੇਤ ਇਹ ਹੈ ਵੀ ਜਦੋਂ ਤੁਸੀਂ ਕਿਸੇ ਮੂਰਖ ਨੂੰ ਗਿਆਨ ਦਿਓਗੇ ਨਾ, ਉਸ ਮੂਰਖ ਨੇ ਉਸ ਗਿਆਨ ਨੂੰ ਪ੍ਰਾਪਤ ਕਰਕੇ ਤੁਹਾਡੇ ਸ਼ੁਕਰ ਵਿੱਚ ਤੁਹਾਡਾ ਧੰਨਵਾਦ ਨਹੀਂ ਕਰਨਾ, ਸਗੋਂ ਉਲਟਾ ਨੁਕਸਾਨ ਹੀ ਕਰੇਗਾ। ਇਸ ਕਰਕੇ ਪਾਤਸ਼ਾਹ ਕਹਿੰਦੇ ਮੂਰਖ ਨਾਲ ਬੋਲਣਾ ਝੱਖ ਮਾਰਨ ਦੇ ਤੁੱਲ ਹੈ। ਮੂਰਖ ਨੂੰ ਕਹਿਣ ਦੀ ਲੋੜ ਹੀ ਨਹੀਂ। ਮੂਰਖ ਟੱਕਰੇ ਤਾਂ ਪਾਤਸ਼ਾਹ ਕਹਿੰਦੇ ਚੁੱਪ ਰਹਿਣਾ ਹੀ ਭਲਾ ਹੈ। ਹਾਂਜੀ, ਬੋਲਤ ਬੋਲਤ ਬੜ੍ਹੈ ਬੇਕਾਰਾ। ਜਦੋਂ ਕਿਸੇ ਮੂਰਖ ਨੂੰ ਬੋਲੋਗੇ, ਬੋਲਦਿਆਂ ਬੋਲਦਿਆਂ ਤੁਹਾਡਾ ਮਨ ਅਸ਼ਾਂਤ ਹੋਵੇਗਾ, ਵਿਕਾਰ ਵਧਣਗੇ। ਸਗੋਂ ਕਿਸੇ ਸਾਖਤ ਨਾਲ, ਕਿਸੇ ਦੁਰਜਨ ਨਾਲ, ਕਿਸੇ ਮਨਮੁਖ ਨਾਲ ਬੋਲੋਗੇ ਤਾਂ ਉਹਦੇ ਨਾਲ ਬੋਲੇ ਹੋਏ ਬੋਲਾਂ ਨਾਲ ਤੁਹਾਡੇ ਹਿਰਦੇ 'ਚ ਵਿਕਾਰ ਵਧਣਗੇ। ਬਿਨ ਬੋਲੇ ਕਿਆ ਕਰ ਹੈ ਵਿਚਾਰਾ। ਕਹਿੰਦੇ ਜੇ ਅੱਗੋਂ ਮੂਰਖ ਬੋਲੀ ਜਾਵੇ ਤੇ ਤੁਸੀਂ ਨਾ ਬੋਲੋਗੇ, ਚੁੱਪ ਰਹੋਗੇ, ਤਾਂ ਕਹਿੰਦੇ ਜੇ ਤੁਸੀਂ ਬੋਲੋਗੇ ਹੀ ਨਾ ਤੇ ਉਹ ਤੁਹਾਡਾ ਕੀ ਵਿਗਾੜੇਗਾ ਵਿਚਾਰਾ। ਜਦੋਂ ਤੁਸੀਂ ਬੋਲੋਗੇ ਫਿਰ ਉਹ ਵੀ ਬੋਲੇਗਾ, ਮਨ ਦੋਨਾਂ ਪਾਸੇ ਅਸ਼ਾਂਤ ਰਹਿਣਗੇ। ਜਦੋਂ ਤੁਸੀਂ ਬੋਲੋਗੇ ਹੀ ਨਾ ਮੂਰਖ ਨਾਲ ਤਾਂ ਤੁਹਾਡੇ ਬਿਨਾਂ ਬੋਲਿਆ ਉਹ ਤੁਹਾਡਾ ਮਨ ਕਿਵੇਂ ਅਸ਼ਾਂਤ ਕਰੇਗਾ? ਉਹ ਫਿਰ ਕਿਵੇਂ ਬੋਲੇਗਾ? ਆਖਰ ਉਹਨੂੰ ਵੀ ਚੁੱਪ ਕਰਨਾ ਪਵੇਗਾ। ਬਿਨ ਬੋਲੇ ਕਿਆ ਕਰਹਿ ਵਿਚਾਰਾ। ਤੁਸੀਂ ਜੇ ਬੋਲੋਗੇ ਹੀ ਨਾ ਤੇ ਉਹ ਵਿਚਾਰਾ ਤੁਹਾਡਾ ਕੀ ਖੁਆਰ ਕਰੇਗਾ, ਕੀ ਵਿਗਾੜੇਗਾ। ਹਾਂਜੀ, ਕਹੋ ਕਬੀਰ ਛੂਛਾ ਘਟ ਬੋਲੇ। ਨਾਲੇ ਕਬੀਰ ਜੀ ਮਹਾਰਾਜ ਜੀ ਕਹਿੰਦੇ ਜਿਹੜਾ ਘੜਾ ਖਾਲੀ ਹੁੰਦਾ ਉਹ ਬੋਲਦਾ ਹੈ। ਖਾਲੀ ਘੜਾ ਬੋਲਦਾ ਹੈ। ਸਾਜ਼ ਵਜੋਂ ਵੀ ਘੜੇ ਵਜਾਏ ਜਾਂਦੇ ਐ, ਉਹ ਖਾਲੀ ਹੁੰਦਾ ਵਿੱਚੋਂ ਤੇ ਫਿਰ ਉਹਨੂੰ ਉੱਤੋਂ ਵਜਾਇਆ ਜਾਂਦਾ। ਬੜੇ ਸੋਹਣੇ ਢੰਗ ਨਾਲ ਉਹਦੇ ਵਿੱਚੋਂ ਸਾਜ਼ ਦੀ ਆਵਾਜ਼ ਬਣਾ ਕੇ ਕੱਢਿਆ ਜਾਂਦਾ। ਉਹ ਖਾਲੀ ਹੁੰਦਾ ਤਾਂ ਬੋਲਦਾ, ਜੇ ਉਹਦੇ 'ਚ ਪਾਣੀ ਭਰਿਆ ਹੋਵੇ ਫਿਰ ਤਾਂ ਨਹੀਂ ਬੋਲਦਾ। ਕਬੀਰ ਜੀ ਮਹਾਰਾਜ ਜੀ ਫਰਮਾਉਂਦੇ ਹਨ ਕਿ ਜਿਹੜਾ ਖਾਲੀ ਘੜਾ ਹੈ, ਛੂਛਾ, ਉਹੀ ਬੋਲੇਗਾ। ਉਹ ਥਾਂ ਥਾਂ ਤੇ ਬੋਲਦਾ ਫਿਰੇਗਾ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦਾ ਕਥਨ ਹੈ, ਉਹ ਕਹਿੰਦੇ ਮੂੰਹ ਭਰਿਆ ਕਿਉਂ ਬੋਲੀ ਹੈ। ਤੁਸੀਂ ਮੂੰਹ ਭਰਿਆ ਹੋਵੇ ਦਾਣਿਆਂ ਨਾਲ, ਪ੍ਰਸ਼ਾਦੇ ਦੀਆਂ ਬੁਰਕੀਆਂ ਮੂੰਹ 'ਚ ਪਾਈਆਂ ਹੋਣ ਤਾਂ ਬੋਲਿਆ ਨਹੀਂ ਨਾ ਜਾਂਦਾ। ਜੇ ਖਾਲੀ ਮੂੰਹ ਹੋਵੇਗਾ ਤੇ ਬੋਲ ਸਕਦੇ ਆ, ਜੇ ਭਰਿਆ ਹੋਵੇ ਫਿਰ ਨਹੀਂ ਬੋਲ ਹੁੰਦਾ। ਜਿਨ੍ਹਾਂ ਦੇ ਮੁਖ ਵਿੱਚ ਸਤਿਗੁਰਾਂ ਦਾ ਅੰਮ੍ਰਿਤ ਨਾਮ ਹੈ, ਜਿਹੜੇ ਹਰ ਵੇਲੇ ਆਪਣੀ ਰਸਨਾ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਆਰਾਧਦੇ ਹਨ, ਉਹਨਾਂ ਦਾ ਮੂੰਹ ਨਾਮ ਨਾਲ ਭਰਿਆ ਹੋਇਆ, ਫਿਰ ਉਹ ਆਲ-ਬਾਲ ਗੱਲਾਂ ਨਹੀਂ ਬੋਲਦੇ। ਉਹ ਕਹਿੰਦੇ ਬੋਲ ਕੇ ਆਪਣਾ ਸਮਾਂ ਜਾਈ ਨਹੀਂ ਗਵਾਉਣਾ। ਛੂਛਾ ਘਟ ਖਾਲੀ ਘੜਾ ਥਾਂ ਥਾਂ ਤੇ ਬੋਲਦਾ ਹੈ। ਹਾਂਜੀ, ਭਰਿਆ ਹੋਏ ਸੋ ਕਬਹੁ ਨ ਡੋਲੇ। ਜਿਹੜਾ ਭਰਿਆ ਹੋਵੇ ਉਹ ਨਹੀਂ ਡੋਲਦਾ, ਉਹਦੇ ਚੋਂ ਆਵਾਜ਼ ਨਹੀਂ ਆਉਂਦੀ। ਖਾਲੀ ਘੜੇ ਚੋਂ ਆਵਾਜ਼ ਆਉਂਦੀ ਹੈ। ਜਿਨ੍ਹਾਂ ਦੇ ਹਿਰਦੇ ਪਰਮੇਸ਼ਰ ਦੇ ਭਜਨ ਤੋਂ ਸਖਣੇ ਹਨ, ਖਾਲੀ ਹਨ, ਉਹ ਬੋਲਦੇ ਨੇ। ਜਿਨ੍ਹਾਂ ਦੇ ਹਿਰਦੇ ਪਰਮੇਸ਼ਰ ਦੇ ਨਾਮ ਅੰਮ੍ਰਿਤ ਨਾਲ ਭਰੇ ਹੋਏ ਨੇ, ਉਹ ਨਹੀਂ ਡੋਲਦੇ। ਗੋਂਡ ਨਰੂ ਮਰੈ ਨਰ ਕਾਮ ਨ ਆਵੈ। ਕਬੀਰ ਜੀ ਮਹਾਰਾਜ ਜੀ ਫਰਮਾਉਂਦੇ ਆ, ਉਹ ਬੰਦਿਆ ਤੇਰੇ ਨਾਲੋਂ ਤਾਂ ਜਾਨਵਰ ਚੰਗੇ ਆ। ਬੰਦਾ ਮਰਦਾ ਤੇ ਬੰਦੇ ਦੇ ਕੰਮ ਨਹੀਂ ਆਉਂਦਾ। ਇੱਥੇ ਕਈ ਸ਼ੰਕਾ ਕਰਦੇ ਵੀ ਬੰਦੇ ਦੇ ਤਾਂ ਵੀ ਹੁਣ ਪਾਰਟ ਕੰਮ ਆਉਣ ਲੱਗ ਪਏ ਨੇ, ਕਿਡਨੀਆਂ ਕੰਮ ਆਉਂਦੀਆਂ, ਦਿਲ ਕੰਮ ਆਉਂਦਾ। ਸਾਰਿਆਂ ਦੇ ਆਉਂਦੇ ਆ ਜਿੰਨੇ ਮਰਦੇ ਆ। ਜੇ ਮੰਨ ਲਓ ਲੱਖ ਬੰਦਾ ਮਰਦਾ ਰੋਜ਼, ਤੇ 1 ਲੱਖ ਦਾ 1 ਲੱਖ ਬੰਦਾ ਸਾਰਾ ਹੀ ਬੰਦਿਆਂ ਦੇ ਕੰਮ ਆਉਂਦਾ। 1 ਲੱਖ ਵਿੱਚੋਂ ਕੋਈ 10, 20, 50 ਉਹਨਾਂ ਦੇ ਪਾਰਟ ਕੰਮ ਆਉਂਦੇ ਹੋਣਗੇ ਸਰੀਰ ਦੇ ਅੰਗ, ਬਾਕੀ ਤਾਂ ਜਾਈ ਨੇ ਨਾ। ਨਾਲੇ ਨਰ ਦਾ ਸਾਰਾ ਕੁਝ ਤਾਂ ਨਹੀਂ ਕੰਮ ਆ ਰਿਹਾ, ਕੁਝ ਕੁ ਚੁਣਿੰਦਾ ਹਿੱਸੇ ਨੇ ਜਿਹੜੇ ਕੰਮ ਆ ਰਹੇ ਨੇ। ਕੀ ਮਨੁੱਖ ਦੀਆਂ ਹੱਡੀਆਂ ਕੰਮ ਆਉਂਦੀਆਂ? ਕੀ ਉਹਦਾ ਜਿਹੜਾ ਮਾਸ ਹੈ ਉਹ ਕੰਮ ਆਉਂਦਾ ਮਰਨ ਤੋਂ ਬਾਅਦ? ਪਰ ਇੱਕ ਜਾਨਵਰ ਹੈ ਜਿਹਦੀਆਂ ਹੱਡੀਆਂ ਵੀ ਕੰਮ ਆਉਂਦੀਆਂ ਨੇ। ਅਗਲੀ ਪੰਕਤੀ 'ਚ ਦੱਸਦੇ ਨੇ,
ਪਸ਼ੂ ਮਰੈ 10 ਕਾਜ ਸਵਾਰੈ। ਜਾਨਵਰ ਮਰਦਾ ਤੇ ਉਹ 10 ਕੰਮ ਸਵਾਰਦਾ। ਉਹਦਾ ਚਮੜਾ ਲੈ ਕੇ ਕੋਈ ਜੁੱਤੀਆਂ ਬਣਾਉਂਦਾ, ਉਹਦੇ ਚਮੜੇ ਤੋਂ ਕੋਈ ਲੈਦਰ ਦੀਆਂ ਜੈਕਟਾਂ ਬਣਾਉਂਦਾ ਠੰਡ ਨੂੰ ਦੂਰ ਕਰਨ ਵਾਸਤੇ। ਉਹਦੇ ਸਿੰਗਾਂ ਦਾ ਲੈ ਕੇ ਲੋਕ ਤਨਖ ਬਣਾਉਂਦੇ ਨੇ, ਸਿੰਗਾਂ ਤੋਂ ਬਹੁਤ ਕੁਝ ਬਣਾਉਂਦੇ ਆ, ਸਾਜ਼ ਬਣਾਉਂਦੇ ਆ। ਉਹਦੀਆਂ ਹੱਡੀਆਂ ਵੀ ਕੰਮ ਆਉਂਦੀਆਂ ਤੇ ਉਸ ਮਰੇ ਹੋਏ ਪਸ਼ੂ ਦਾ ਜਿਹੜਾ ਮਾਸ ਹੈ ਉਹ ਵੀ ਕੰਮ ਆਉਂਦਾ ਜਾਨਵਰਾਂ ਦੇ ਖਾਣ ਦੇ। ਉਹ ਮਰਦਾ 10 ਕੰਮ ਸਵਾਰਦਾ। ਇੱਕ ਮਨੁੱਖ ਮਰਦਾ ਹੈ ਤੇ ਮਨੁੱਖ ਦੇ ਕੰਮ ਨਹੀਂ ਆਉਂਦਾ। ਆਪਣੇ ਕਰਮ ਕੀ ਗਤ ਮੈਂ ਕਿਆ ਜਾਨੋ। ਏ ਪ੍ਰਭੂ, ਮੈਂ ਆਪਣੇ ਕਰਮ ਦੀ ਗਤ ਅਵਸਥਾ ਕੀ ਜਾਣਦਾ ਹਾਂ। ਮੈਂ ਕਿਆ ਜਾਨੋ ਬਾਬਾ ਰੇ। ਮੇਰੇ ਕਿਹੋ ਜੇ ਕਰਮ ਨੇ ਹੇ ਪ੍ਰਭੂ, ਮੈਂ ਕੀ ਜਾਣਾ। ਮੈਂ ਕੀ ਕਰਮ ਕੀਤੇ ਨੇ ਪਿੱਛੇ, ਮੈਂ ਆਪਣੇ ਕਰਮ ਬਾਰੇ ਕੀ ਜਾਣਦਾ ਹਾਂ। ਰਹਾਓ ਹਾਡ ਜਲੇ ਜੈਸੇ ਲੱਕੜੀ ਕਾ ਤੂਲਾ। ਕਹਿੰਦੇ ਵੇਖੋ ਹੱਡ ਇਉਂ ਸੜਦੇ ਐ ਜਿਵੇਂ ਕੋਈ ਲੱਕੜੀ ਦਾ ਟੁਕੜਾ ਨਹੀਂ ਸੜਦਾ ਹੁੰਦਾ। ਮਰਨ ਤੋਂ ਬਾਅਦ ਇਹਦਾ ਸਰੀਰ ਜਦੋਂ ਫੂਕਿਆ ਜਾਂਦਾ ਹੈ ਤਾਂ ਮਹਾਰਾਜ ਕਬੀਰ ਜੀ ਕਹਿੰਦੇ ਹੱਡ ਇਉਂ ਸੜਦੇ ਐ ਜਿਵੇਂ ਕੋਈ ਲੱਕੜੀ ਦਾ ਤੁਲਾ ਸੜਦਾ ਹੋਵੇ। ਕੇਸ ਜਲੇ ਜੈਸੇ ਘਾਸ ਕਾ ਪੂਲਾ। ਸਿਰ ਦੇ ਕੇਸ ਇਉਂ ਸੜਦੇ ਨੇ ਜਿਵੇਂ ਕੋਈ ਘਾਹ ਦੀ ਨਿੱਕੀ ਜੀ ਗੁੱਛੀ ਜੀ ਬੱਧੀ ਹੋਵੇ, ਸੜਦੀ ਹੈ ਨਾ। ਕਹਿੰਦੇ ਇਉਂ ਇਹਦੇ ਸਿਰ ਦੇ ਕੇਸ ਉਸ ਅੱਗ ਵਿੱਚ ਸੜਦੇ ਹਨ। ਕਹੋ ਕਬੀਰ ਤਬ ਹੀ ਨਰ ਜਾਗੈ। ਕਬੀਰ ਜੀ ਮਹਾਰਾਜ ਜੀ ਕਹਿੰਦੇ ਬੰਦਾ ਉਦੋਂ ਹੀ ਜਾਗਦਾ, ਪਹਿਲਾਂ ਨਹੀਂ ਜਾਗਦਾ। ਕਹਿੰਦੇ ਫਿਰ ਇਹ ਉਦੋਂ ਜਾਗਦਾ ਹੈ ਜਮ ਕਾ ਡੰਡ ਮੂੰਡ ਮਹਿ ਲਾਗੈ। ਕਬੀਰ ਜੀ ਮਹਾਰਾਜ ਜੀ ਕਹਿੰਦੇ ਜਦੋਂ ਜਮ ਦਾ ਡੰਡਾ ਇਹਦੇ ਸਿਰ ਵਿੱਚ ਪੈਂਦਾ ਫਿਰ ਇਹਨੂੰ ਹੋਸ਼ ਆਉਂਦੀ ਹੈ, ਫਿਰ ਇਹ ਜਾਗਦਾ। ਪਰ ਫਿਰ ਜਾਗੇ ਦਾ ਕੋਈ ਫਾਇਦਾ ਕੋਈ ਨਹੀਂ, ਕਿਉਂਕਿ ਹੁਣ ਤਾਂ ਪ੍ਰਾਣ ਚਲੇ ਗਏ। ਜਿੰਨਾ ਚਿਰ ਸਰੀਰ 'ਚ ਪ੍ਰਾਣ ਸੀ ਰੱਬ ਰੱਬ ਕਰ ਸਕਦਾ ਸੀ। ਕਬੀਰ ਜੀ ਮਹਾਰਾਜ ਜੀ ਸਾਨੂੰ ਪਰਮੇਸ਼ਰ ਦੇ ਚਿੰਤਨ ਵਾਸਤੇ ਪ੍ਰੇਰਦੇ ਹਨ। ਗੁਰੂ ਪਾਤਸ਼ਾਹ ਕਿਰਪਾ ਕਰਨ, ਇਹ ਪਾਵਨ ਪਵਿੱਤਰ ਵਿਚਾਰਾਂ ਸਾਡੇ ਹਿਰਦਿਆਂ ਵਿੱਚ ਵਸਣ। ਵਾਹਿਗੁਰੂ 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 ਵਾਹਿਗੁਰੂ। ਗੁਰ ਸਾਗਰ ਰਤਨੀ ਭਰਪੂਰੇ, ਗੁਰ ਸਾਗਰ ਰਤਨੀ ਭਰਪੂਰੇ। ਗੁਰ ਸਾਗਰ ਰਤਨੀ ਭਰਪੂਰੇ, ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਅੰਮ੍ਰਿਤ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।